ਹਾਲੇਲੂਇਆ, ਪ੍ਰੇਜ਼ ਦਾ ਲਾਰਡ। ਆਪ ਸਭ ਨੂੰ ਜੈ ਮਸੀਹ ਕੀ। ਆਸ਼ਾ ਕਰਦੀ ਹਾਂ ਕਿ ਤੁਸੀਂ ਪਰਮੇਸ਼ਰ ਦੇ ਨਾਮ ਵਿੱਚ ਵੱਧ ਰਹੇ ਹੋਵੋਗੇ। ਅੱਜ ਅਸੀਂ ਪੜ੍ਹਾਂਗੇ ਯਸ਼ਾਇਆ 35:3 ਤੋਂ ਲੈ ਕੇ ਪੂਰਾ ਪੜ੍ਹਨਾ 10 ਤੱਕ। ਅਤੇ ਮੈਂ ਮਾफ़ੀ ਮੰਗਦੀ ਹਾਂ ਤੁਹਾਡੇ ਕੋਲ ਕਿ ਮੈਨੂੰ ਕਾਫੀ ਟਾਈਮ ਹੋ ਗਿਆ ਸੀ ਮੈਂ ਵੀਡੀਓਜ਼ ਨਹੀਂ ਪਾਈ, ਪਰ ਮੇਰੀ ਥੋੜ੍ਹੀ ਸਿਹਤ ਠੀਕ ਨਹੀਂ ਸੀ, ਇਸ ਕਰਕੇ ਅਤੇ ਥੋੜ੍ਹਾ ਲੇਜ਼ੀਪਨ ਵੀ ਆ ਗਿਆ ਸੀ ਮੇਰੇ 'ਚ। ਚਲੋ ਮੈਂ ਪਰਮੇਸ਼ਰ ਕੋਲ ਮਾफ़ੀ ਮੰਗਦੀ ਹਾਂ, ਔਰ ਮੈਂ ਦੁਬਾਰਾ ਤੋਂ ਰਿਪੀਟ ਨਹੀਂ ਕਰਾਂਗੀ। ਉਹ ਟਾਈਮ ਟੂ ਟਾਈਮ ਪਰਮੇਸ਼ਰ ਦਾ ਵਚਨ ਤੁਹਾਡੇ ਅੱਗੇ ਪੇਸ਼ ਕਰਿਆ ਕਰਾਂਗੀ, ਔਰ ਪਰਮੇਸ਼ਰ ਸਦਬੁੱਧੀ ਦੇਵੇ ਮੈਨੂੰ ਵੀ ਔਰ ਤੁਹਾਨੂੰ ਵੀ, ਤਾਂ ਕਿ ਅਸੀਂ ਪਰਮੇਸ਼ਰ ਦੇ ਵਚਨਾਂ ਨੂੰ ਸਹੀ ਤਰੀਕੇ ਨਾਲ ਸਮਝ ਸਕੀਏ ਔਰ ਉਹਦੇ ਵਚਨਾਂ 'ਤੇ ਚੱਲ ਸਕੀਏ। ਅਸੀਂ ਇੱਥੇ ਪੜ੍ਹਾਂਗੇ ਕਿ ਪਰਮੇਸ਼ਰ ਸਾਨੂੰ ਅੰਤ ਦੇ ਸਮਿਆਂ ਵਿੱਚ ਕੀ ਕਹਿ ਰਹੇ ਨੇ, ਮਤਲਬ ਕਿ ਸਾਨੂੰ ਪਰਮੇਸ਼ਰ ਕੀ ਕਹਿਣਾ ਚਾਹੁੰਦੇ ਨੇ, ਕਿ ਸਾਨੂੰ ਅੰਤ ਦੇ ਸਮਿਆਂ ਵਿੱਚ ਕੀ ਕਰਨਾ ਚਾਹੀਦਾ ਹੈ। ਆਓ ਅਸੀਂ ਪੜ੍ਹਦੇ ਹਾਂ। ਲਿਖਿਆ ਪੜ੍ਹਾਂਗੇ ਅਸੀਂ ਯਸ਼ਾਇਆ 35:3 ਤੋਂ। ਲਿਖਿਆ, ਢਿੱਲੇ ਹੱਥਾਂ ਨੂੰ ਤਕੜੇ ਕਰੋ ਅਤੇ ਹਿਲਦੇ ਗੋਡਿਆਂ ਨੂੰ ਮਜ਼ਬੂਤ ਕਰੋ। ਕੀ ਲਿਖਿਆ? ਕਹਿੰਦੇ ਢਿੱਲੇ ਹੱਥਾਂ ਨੂੰ ਤਕੜੇ ਕਰੋ ਅਤੇ ਹਿਲਦਿਆਂ ਗੋਡਿਆਂ ਨੂੰ ਮਜ਼ਬੂਤ ਕਰੋ। ਮਤਲਬ ਕਿ ਢਿੱਲੇ ਹੱਥਾਂ ਦਾ ਕੀ ਮਤਲਬ? ਢਿੱਲੇ ਹੱਥਾਂ ਦਾ ਮਤਲਬ ਹੈਗਾ ਕਿ ਜਿਹੜੇ ਵਿਸ਼ਵਾਸ 'ਚ ਘੱਟ ਨੇ, ਉਹ ਆਪਣਾ ਵਿਸ਼ਵਾਸ ਹੋਰ ਵਧਾਉਣ ਪਰਮੇਸ਼ਰ ਦੇ। ਅਤੇ ਹਿਲਦੇ ਗੋਡਿਆਂ ਨੂੰ ਮਜ਼ਬੂਤ ਕਰੋ। ਹਿਲਦੇ ਗੋਡਿਆਂ ਦਾ ਇੱਥੇ ਦੇਖੋ ਮਤਲਬ ਬਾਈਬਲ ਜਿਹੜੀ ਦੋ ਧਾਰੀ ਤਲਵਾਰ ਆ। ਇੱਥੇ ਆਪਾਂ ਕਹਿ ਸਕਦੇ ਹਿਲਦੇ ਗੋਡੇ ਕਿਹਨਾਂ ਦੇ ਹੁੰਦੇ ਆ? ਜਿਹੜੇ ਅੰਦਰੋਂ ਕਮਜ਼ੋਰ ਹੁੰਦੇ ਆ, ਹੈ ਨਾ, ਜਿਨ੍ਹਾਂ ਦੀ ਹੱਡੀਆਂ ਕਮਜ਼ੋਰ ਨੇ, ਜਾਂ ਬਜ਼ੁਰਗ ਜਿਹੜੀ ਬਜ਼ੁਰਗੀ ਰੂਪ 'ਚ ਜਿਹੜੇ ਹੁੰਦੇ ਆ, ਉਹਨਾਂ ਨੂੰ ਆਪਾਂ ਕਹਿ ਸਕਦੇ ਕਿ ਉਹਨਾਂ ਦੇ ਗੋਡੇ ਜਿਹੜੇ ਹਿਲਦੇ ਆ। ਪਰ ਇੱਥੇ ਇੱਕ ਹੋਰ ਮਤਲਬ ਇਹ ਨਿਕਲਦਾ ਕਿ ਸਾਨੂੰ ਪਰਮੇਸ਼ਰ ਦੇ ਨਾਮ ਵਿੱਚ ਵਧਣਾ ਆ, ਅਤੇ ਉਹਦੇ 'ਤੇ ਵਿਸ਼ਵਾਸ ਸਾਡਾ ਦਿਨੋਂ ਦਿਨ ਵੱਧਦਾ ਜਾਣਾ ਚਾਹੀਦਾ ਹੈ। ਕਿਉਂਕਿ ਬਾਈਬਲ ਸਾਨੂੰ ਇਹ ਦੱਸਦੀ ਹੈ ਕਿ ਜੋ ਈਮਾਨ ਲਿਆਵੇਗਾ ਉਹੀ ਬਚਾਇਆ ਜਾਵੇਗਾ, ਹੈ ਨਾ ਜੀ। ਅੱਗੇ ਅਸੀਂ ਪੜ੍ਹਦੇ ਹਾਂ 4 ਵਿੱਚ, ਧੜਕਦੇ ਦਿਲ ਵਾਲਿਆਂ ਨੂੰ ਆਖੋ, ਤਕੜੇ ਹੋਵੋ, ਨਾ ਡਰੋ। ਆਪਣੇ ਪਰਮੇਸ਼ਰ ਨੂੰ ਵੇਖੋ, ਉਹ ਬਦਲੇ ਨਾਲ ਸਗੋਂ ਪਰਮੇਸ਼ਰ ਦੇ ਵੱਟੇ ਨਾਲ ਆਵੇਗਾ। ਉਹ ਆਵੇਗਾ ਅਤੇ ਤੁਹਾਨੂੰ ਬਚਾਵੇਗਾ। ਕੀ ਲਿਖਿਆ? ਧੜਕਦੇ ਦਿਲ ਵਾਲਿਆਂ ਨੂੰ ਆਖੋ, ਮਤਲਬ ਕਿ ਜਿਹੜੇ ਡਰਦੇ ਆ, ਜਿਹਨਾਂ ਦਾ ਦਿਲ ਥੋੜ੍ਹਾ ਆ, ਉਹਨਾਂ ਨੂੰ ਕਹੋ ਤੁਸੀਂ ਕਿ ਨਾ ਡਰੋ, ਕਿ ਸਾਡਾ ਪਰਮੇਸ਼ਰ ਆ ਰਿਹਾ ਆ। ਮੇਰੇ ਅਜ਼ੀਜ਼ੋ, ਹੁਣ ਜਿੱਦਾਂ ਦਾ ਸਮਾਂ ਆ ਰਿਹਾ, ਅਸੀਂ ਦੇਖ ਹੀ ਸਕਦੇ ਹਾਂ ਕਿ ਤਰ੍ਹਾਂ ਦੀਆਂ ਅਫਵਾਹਾਂ ਅਸੀਂ ਸੁਣ ਰਹੇ ਹਾਂ। ਜਗ੍ਹਾ ਜਗ੍ਹਾ 'ਤੇ ਭੂਚਾਲ ਆ ਰਹੇ, ਹੈ ਨਾ, ਮਹਾਂਮਾਰੀਆਂ ਪੈ ਰਹੀਆਂ, ਹੈ ਨਾ। ਮੈਂ ਇੱਕ YouTube ਚੈਨਲ 'ਤੇ ਦੇਖਿਆ ਸੀ, ਉੱਥੇ ਕਹਿੰਦੇ 100 ਸਾਲ ਬਾਅਦ ਮਤਲਬ ਕਿ ਮਹਾਂਮਾਰੀ ਆਉਂਦੀ ਆ। ਪਰ ਮੇਰੇ ਅਜ਼ੀਜ਼ੋ, ਜਿਹੜਾ ਇੱਕਦਮ ਹੀ ਹੁਣ ਮਤਲਬ ਕਿ ਇੱਕ ਕਹਿਰ ਮਚਿਆ ਹੈ। ਹੁਣ ਦੇਖੋ, ਗੱਲ ਕਰਦੇ ਕਰੋਨਾ ਵਾਇਰਸ ਦੀ, ਠੰਡਾ ਪੈ ਗਿਆ ਸੀ ਨਾ, ਹੁਣ ਇੱਕਦਮ ਫੇਰ ਆ ਗਿਆ, ਹੁਣ ਫੇਰ ਲਾਕਡਾਊਨ ਸ਼ੁਰੂ ਹੋਣ ਲੱਗਾ ਹੈ। ਇਹ ਕਿਸ ਕਰਕੇ ਹੋ ਰਿਹਾ? ਮੇਰੇ ਅਜ਼ੀਜ਼ੋ, ਇਹ ਅੰਤ ਦੇ ਸਮਿਆਂ ਦੇ ਨਿਸ਼ਾਨ ਆ। ਕਿਉਂਕਿ ਬਾਈਬਲ 'ਚ ਇਹ ਦੱਸਿਆ, ਪ੍ਰਕਾਸ਼ ਦੀ ਪੋਥੀ 'ਚ ਲਿਖਿਆ, ਸ਼ਾਇਦ ਪ੍ਰਕਾਸ਼ ਦੀ ਪੋਥੀ ਨਹੀਂ, ਸ਼ਾਇਦ ਕਿਤੇ ਹੋਰ ਲਿਖਿਆ, ਮੈਂ ਪੜ੍ਹਿਆ ਜ਼ਰੂਰ ਆ। ਉੱਥੇ ਲਿਖਿਆ ਕਿ ਜਗ੍ਹਾ ਜਗ੍ਹਾ 'ਤੇ ਮਹਾਂਮਾਰੀਆਂ ਪੈਣਗੀਆਂ, ਜਗ੍ਹਾ ਜਗ੍ਹਾ 'ਤੇ ਭੂਚਾਲ ਆਉਣਗੇ, ਔਰ ਪਤਾ ਨਹੀਂ ਬਥੇਰਾ ਕੁਛ ਲਿਖਿਆ। ਠੀਕ ਹੈ ਜੀ। ਇਹ ਅੰਤ ਦੇ ਸਮਿਆਂ ਦੇ ਨਿਸ਼ਾਨ ਆ, ਅਤੇ ਪਰਮੇਸ਼ਰ ਆਵੇਗਾ, ਸਾਨੂੰ ਬਚਾਵੇਗਾ। ਉਹਨੇ ਵਾਅਦਾ ਕੀਤਾ ਸਾਡੇ ਨਾਲ ਕਿ ਮੈਂ ਅੰਤ ਦੇ ਦਿਨਾਂ ਤੱਕ ਸਦੇ ਤੁਹਾਡੇ ਨਾਲ ਰਹਾਂਗਾ। ਕੀ ਲਿਖਿਆ? ਉਹ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ, ਤਦ ਅੰਨ੍ਹੇ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ ਅਤੇ ਬੋਲਿਆਂ ਦੇ ਕੰਨ ਖੁੱਲ੍ਹ ਜਾਣਗੇ। ਤਦ ਲੰਗਾ ਹਿਰਨ ਵਾਂਗੂ ਚੌਂਕੜੀਆਂ ਭਰੇਗਾ ਅਤੇ ਗੂੰਗੇ ਦੀ ਜ਼ੁਬਾਨ ਜੈਕਾਰਾ ਗਜਾਵੇਗੀ। ਕਿਉਂ ਜੇ ਉਜਾੜ ਵਿੱਚ ਪਾਣੀ ਅਤੇ ਰੜੇ ਮੈਦਾਨ ਵਿੱਚ ਨਦੀਆਂ ਫੁੱਟ ਨਿਕਲਣਗੀਆਂ। ਤਪਦੀ ਰੇਤ ਤਲਾ ਬਣੇਗੀ ਅਤੇ ਤਿਹਾਈ ਜ਼ਮੀਨ ਪਾਣੀ ਦੇ ਸੁੰਬ। ਗਿੱਦੜਾਂ ਦੇ ਟਿਕਾਣੇ ਵਿੱਚ ਉਹਨਾਂ ਦੀ ਬੈਠਕ ਹੋਵੇਗੀ। ਕਾਨਿਆਂ 'ਤੇ ਦੱਬਦਾ ਜੁਗਾਨ। ਉੱਥੇ ਇੱਕ ਸ਼ਾਹੀ ਰਾਹ ਹੋਵੇਗਾ ਅਤੇ ਉਹ ਰਾਹ ਪਵਿੱਤਰ ਰਾਹ ਅਖਵਾਵੇਗਾ। ਕੋਈ ਸ਼ੁੱਧ ਉਹਦੇ ਉੱਤੋਂ ਦੀ ਨਹੀਂ ਲੰਘੇਗਾ। ਉਹ ਛੁਡਾਇਆ ਹੋਇਆਂ ਦੇ ਲਈ ਹੋਵੇਗਾ। ਰਾਹੀ ਭਾਵੇਂ ਮੂਰਖ ਹੋਣ, ਕੁਰਾਹੇ ਨਾ ਪੈਣਗੇ। ਉੱਥੇ ਕੋਈ ਬੱਬਰ ਸ਼ੇਰ ਨਹੀਂ ਹੋਵੇਗਾ। ਕੋਈ ਪਾੜਨ ਵਾਲਾ ਦਰਿੰਦਾ ਉਸ ਉੱਤੇ ਨਾ ਚੜ੍ਹੇਗਾ। ਉਹ ਉੱਥੇ ਨਾ ਲੱਭਣਗੇ, ਪਰ ਛੁਡਾਏ ਹੋਏ ਉੱਥੇ ਚੱਲਣਗੇ। ਯਹੋਵਾ ਦੇ ਮੁੱਲ ਲਏ ਹੋਏ ਮੁੜ ਆਉਣਗੇ। ਉਹ ਜੈਕਾਰਿਆਂ ਨਾਲ ਸਿਯੋਨ ਨੂੰ ਆਉਣਗੇ ਅਤੇ ਆਨੰਦ ਉਹਨਾਂ ਦੇ ਸਿਰਾਂ ਉੱਤੇ ਹੋਵੇਗਾ। ਉਹ ਖੁਸ਼ੀ ਅਤੇ ਆਨੰਦ ਪ੍ਰਾਪਤ ਕਰਨਗੇ। ਸੋਗ ਅਤੇ ਹੁੰਗਾ ਨੱਠ ਜਾਣਗੇ। ਇਹ ਮੇਰੇ ਅਜ਼ੀਜ਼ੋ, ਇਹ ਜਿਹੜੀ ਸਾਰੀ ਗੱਲ ਆ ਨਾ, ਇਹ ਪਤਾ ਕਦੋਂ ਦੀ ਦੱਸੀ ਗਈ ਆ? ਜਦੋਂ ਅਸੀਂ ਪਰਮੇਸ਼ਰ ਨਾਲ ਸਵਰਗ 'ਚ ਹੋਵਾਂਗੇ। ਠੀਕ ਹੈ ਜੀ। ਕਿਉਂਕਿ ਦੇਖੋ, ਗੱਲ ਕਰਦੇ ਆ, ਕਹਿੰਦੇ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ। ਅੰਨੇ ਜਿਹੜੇ ਦੇਖਣ ਲੱਗ ਪਣਗੇ। ਠੀਕ ਹੈ ਜੀ। ਬੋਲੇ ਜਿਹੜੇ ਸੁਣ ਲੱਗ ਪਣਗੇ। ਜਿਹੜਾ ਲੰਗਾ ਹੋਵੇਗਾ ਉਹ ਚੌਂਕੜੀਆਂ ਭਰੂਗਾ ਹਿਰਨ ਵਾਂਗੂ। ਗੂੰਗਾ ਜਿਹੜਾ ਉਹ ਜੈਕਾਰਾ ਗਜਾਊਗਾ।
ਠੀਕ ਹੈ ਜੀ। ਉਜਾੜ ਵਿੱਚ ਪਾਣੀ ਨਿਕਲ ਆਊਗਾ, ਰੜੇ ਮੈਦਾਨ ਵਿੱਚ ਨਦੀਆਂ ਫੁੱਟ ਨਿਕਲ ਗਿਆ, ਜੋ ਕਿ ਪਰਮੇਸ਼ਰ ਲਈ ਸਭ ਕੁਝ ਸੰਭਵ ਆ। ਠੀਕ ਹੈ ਜੀ। ਇਹ ਸਾਨੂੰ ਪਰਮੇਸ਼ਰ ਦੇ ਰਾਜ ਬਾਰੇ ਦੱਸ ਰਿਹਾ ਆ ਕਿ ਜਦੋਂ ਅਸੀਂ ਉੱਥੇ ਜਾਵਾਂਗੇ ਉੱਥੇ ਕੀ ਕੁਛ ਹੋਊਗਾ। ਉੱਥੇ ਕੋਈ ਸੋਗ ਨਹੀਂ ਹੋਊਗਾ, ਕੋਈ ਦੁੱਖ ਤਕਲੀਫ ਨਹੀਂ ਹੋਏਗੀ, ਸਿਰਫ ਖੁਸ਼ੀ ਹੋਏਗੀ ਔਰ ਪਰਮੇਸ਼ਰ ਦਾ ਸਾਥ ਹੋਏਗਾ ਸਾਡੇ ਨਾਲ। ਠੀਕ ਹੈ ਜੀ। ਅਤੇ ਸਾਨੂੰ ਆਪਣਾ ਜਿਹੜਾ ਧਨ ਵਾ ਉਹ ਜ਼ਮੀਨ 'ਤੇ ਨਹੀਂ ਬਲਕਿ ਸਵਰਗ 'ਚ ਇਕੱਠਾ ਕਰਨਾ, ਜਿੱਥੇ ਨਾ ਕੋਈ ਕੀੜਾ, ਨਾ ਸੰਨ ਲੱਗਦਾ, ਨਾ ਚੋਰ ਚੋਰੀ ਕਰਦਾ। ਇੱਥੇ ਧਨ ਕਮਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਮੇਰੇ ਅਜ਼ੀਜ਼ੋ। ਜੇ ਇੱਥੇ ਧਨ ਕਮਾਉਣ ਦੀ ਗੱਲ ਕਰਦੇ ਹਾਂ ਮੇਰੇ ਅਜ਼ੀਜ਼ੋ, ਤੁਸੀਂ ਆਪ ਦੱਸੋ, ਜਦੋਂ ਅਸੀਂ ਇਸ ਦੁਨੀਆ ਤੋਂ ਚਲਾਣਾ ਕਰਨਾ, ਕਫਨ ਜਦੋਂ ਸਾਡੇ 'ਤੇ ਪਾਉਣਾ, ਕੀ ਉਹਨੂੰ ਜੇਬ ਹੁੰਦੀ? ਤੁਸੀਂ ਆਪ ਦੱਸੋ, ਉਹਨੂੰ ਜੇਬ ਹੁੰਦੀ? 1 ਰੁਪਇਆ ਵੀ ਅਸੀਂ ਨਾਲ ਲੈ ਕੇ ਨਹੀਂ ਜਾਣਾ ਮੇਰੇ ਅਜ਼ੀਜ਼ੋ, 1 ਰੁਪਇਆ ਵੀ, ਕਿਉਂਕਿ ਉਹਦੀ ਕੀਮਤ ਹੈ ਹੀ। ਅਸੀਂ ਅਨਮੁੱਲੇ ਹਾਂ ਪਰਮੇਸ਼ਰ ਦੀ ਨਜ਼ਰ ਵਿੱਚ। ਪੈਸਾ ਕੀ, ਪੈਸਾ ਕੁਛ ਨਹੀਂ ਹੋ, ਪੈਸਾ ਅੱਜ ਹੈਗਾ ਕੱਲ੍ਹ ਹੈ ਨਹੀਂ। ਪੈਸੇ ਦਾ ਘਮੰਡ ਨਹੀਂ ਕਰਨਾ ਚਾਹੀਦਾ ਕਦੀ ਵੀ ਕਿਸੇ ਨੂੰ। ਘਮੰਡ ਕਰਨਾ ਪਰਮੇਸ਼ਰ 'ਤੇ ਕਰੋ ਕਿ ਪਰਮੇਸ਼ਰ ਸਾਡੇ ਨਾਲ ਆ, ਅਸੀਂ ਪਰਮੇਸ਼ਰ ਦੀ ਸੰਤਾਨ ਹਾਂ। ਇਸ ਚੀਜ਼ 'ਤੇ ਘਮੰਡ ਕਰੋ। ਠੀਕ ਹੈ ਜੀ। ਜਿਹੜੇ ਹੁਣ ਦੇ ਸਮੇਂ ਵਿੱਚ ਜਿਹੜਾ ਹੁਣ ਵਚਨ ਸੁਣ ਲਿਆ ਗਿਆ ਹੋਏਗਾ ਨਾ, ਇਹੀ ਤੁਹਾਡੇ ਕੰਮ ਹੋਣਾ ਮੇਰੇ ਅਜ਼ੀਜ਼ੋ। ਕਿੱਦਾਂ? ਕਿਉਂਕਿ ਅੰਤ ਦੇ ਅਸੀਂ, ਤੁਹਾਨੂੰ ਪਤਾ ਕਿ ਅਸੀਂ ਅੰਤ ਦੇ ਸਮਿਆਂ ਵਿੱਚ ਜੀ ਰਹੇ ਹਾਂ। ਲੋਕੀ ਕਹਿੰਦੇ ਨਾ ਕਿ ਅੰਤ ਦਾ ਸਮੇਂ ਆ ਰਿਹਾ, ਆ ਨਹੀਂ ਰਿਹਾ, ਆ ਚੁੱਕਾ ਆ। ਅਸੀਂ ਰਹਿ ਰਹੇ ਉਸ ਟਾਈਮ ਵਿੱਚ, ਕਿਉਂਕਿ ਬਾਈਬਲ ਸਾਨੂੰ ਇਹ ਦੱਸਦੀ ਆ ਕਿ ਪ੍ਰਭੂ ਯਿਸੂ ਮਸੀਹ ਦਾ ਆਉਣਾ ਸਾਨੂੰ ਨਹੀਂ ਪਤਾ ਕਿੱਦਾਂ ਹੋਣਾ। ਉਹਨਾਂ ਨੇ ਨਿਸ਼ਾਨ ਦੱਸੇ ਆ, ਪਰ ਉਹ ਚੋਰ ਦੀ ਨਿਆਈ ਆਊਗਾ ਜਦੋਂ ਸਾਰੇ ਸੁੱਤੇ ਪਏ ਹੋਣਗੇ ਜਾਂ ਕੁਛ ਕੰਮ ਕਰਦੇ ਹੋਣਗੇ, ਚਿੱਤ ਖਿਆਲ ਵੀ ਨਹੀਂ ਹੋਊਗਾ, ਉਦੋਂ ਯਿਸੂ ਮਸੀਹ ਨੇ ਆ ਜਾਣਾ। ਤਾਂ ਮੇਰੇ ਅਜ਼ੀਜ਼ੋ, ਉਸ ਦਿਨ ਬਾਰੇ ਸੋਚੋ, ਤੁਸੀਂ ਮਹਿਸੂਸ ਕਰੋ। ਸਪੋਜ਼ ਕਰੋ ਕਿ ਅੱਜ ਹੀ ਯਿਸੂ ਮਸੀਹ ਆ ਜਾਵੇ, ਤਾਂ ਕੀ ਅਸੀਂ ਉਹਨਾਂ ਨੂੰ ਮੂੰਹ ਦਿਖਾਉਣ ਜੋਗੇ ਹੈਗੇ ਆ? ਆਪਣੇ ਦਿਲਾਂ 'ਚ ਝਾਤੀ ਮਾਰੀਏ ਕਿ ਅਸੀਂ ਪਰਮੇਸ਼ਰ ਦੇ ਸਾਹਮਣੇ ਖਲੋ ਸਕਦੇ ਹਾਂ। ਦੁਆ ਕਰੋ, ਪ੍ਰਾਰਥਨਾ ਕਰੋ, ਵਚਨ ਪੜ੍ਹੋ ਔਰ ਪਰਮੇਸ਼ਰ 'ਤੇ ਆਸ ਰੱਖੋ। ਬੇਸ਼ੱਕ ਤੁਹਾਡੇ 'ਤੇ ਕਿੰਨੇ ਵੀ ਵੱਡੀਆਂ ਵਿਪਤਾ ਕਿਉਂ ਨਾ ਆ ਜਾਣ, ਪਰ ਤੁਹਾਨੂੰ ਪਰਮੇਸ਼ਰ ਬਚਾਵੇਗਾ, ਜ਼ਰੂਰ ਬਚਾਵੇਗਾ, ਕਿਉਂਕਿ ਉਹਨੇ ਵਾਅਦਾ ਕੀਤਾ। ਬਾਈਬਲ 'ਚ ਇੱਕ ਗੱਲ ਲਿਖੀ ਹੈ, ਤੁਸੀਂ ਪੜ੍ਹੀ ਹੋਏਗੀ ਸ਼ਾਇਦ। ਉਹ ਲਿਖਿਆ ਕਿ 1 ਬਿੰਦੀ ਵੀ ਨਹੀਂ ਟਲੂਗੀ, ਇਸ ਬਾਈਬਲ 'ਚ ਲਿਖੀ ਹੋਈ 1 ਬਿੰਦੀ। ਸਮਝ ਰਹੇ ਹੋ? 1 ਬਿੰਦੀ ਵੀ। ਤਾਂ ਪਰਮੇਸ਼ਰ ਦੇ ਜਿਹੜੇ ਅਨਮੁੱਲ ਵਚਨ ਬੋਲੇ ਗਏ ਆ, ਉਹ ਝੂਠੇ ਕਿੱਦਾਂ ਹੋ ਸਕਦੇ? ਨਹੀਂ ਝੂਠੇ ਹੋ ਸਕਦੇ। ਠੀਕ ਹੈ ਜੀ। ਮੇਰਾ ਕਹਿਣਾ ਇਹੀ ਆ ਕਿ ਸਾਡਾ ਜਿਹੜਾ ਟਾਰਗੇਟ ਹੈ ਨਾ, ਸਵਰਗ 'ਚ ਜਾਣ ਦਾ ਟਾਰਗੇਟ ਹੈ ਸਾਡਾ। ਇੱਥੇ ਅਸੀਂ ਭਾਵੇਂ ਜਿੰਨੇ ਮਰਜ਼ੀ ਦੁੱਖ ਦੇਖ ਲਈਏ, ਜਿੰਨੇ ਮਰਜ਼ੀ ਲੋਕੀ ਸਾਨੂੰ ਧੱਕੇਬਾਜ਼ੀਆਂ ਕਰਦੇ ਰਹਿਣ, ਮਾਰਨ ਕੁੱਟਣ, ਲੜਾਈਆਂ ਕਰਨ ਸਾਨੂੰ, ਧੋਖੇ ਦੇਣ, ਕੁਛ ਵੀ ਕਰਨ ਸਾਨੂੰ, ਅਸੀਂ ਪਰਵਾਹ ਨਹੀਂ ਕਰਨੀ, ਡਿੱਗਣਾ ਨਹੀਂ ਹੈਗਾ। ਪਰ ਮੇਰੇ ਅਜ਼ੀਜ਼ੋ, ਸਾਡਾ ਪਰਮੇਸ਼ਰ ਇੰਨਾ ਮਹਾਨ ਆ ਨਾ। ਬਾਈਬਲ 'ਚ ਲਿਖਿਆ ਕਿ ਧਰਮੀ ਜਨ ਜੇ 7 ਵਾਰੀ ਵੀ ਡਿੱਗ ਜਾਵੇ ਨਾ, ਪਰਮੇਸ਼ਰ ਉਹਨੂੰ ਉੱਠ ਕੇ ਖੜਾ ਕਰਨ ਦੀ ਤਾਕਤ ਰੱਖਦਾ। ਜੇ ਅਸੀਂ ਡਿੱਗਾਂਗੇ ਵੀ ਤਾਂ ਪਰਮੇਸ਼ਰ ਸਾਨੂੰ ਚੱਕ ਲਏਗਾ, ਕਿਉਂਕਿ ਅਸੀਂ ਪਰਮੇਸ਼ਰ ਦੀ ਸੰਤਾਨ ਹਾਂ, ਅਸੀਂ ਪਰਮੇਸ਼ਰ ਦੇ ਧੀਆਂ ਪੁੱਤਰ ਹਾਂ। ਪਰਮੇਸ਼ਰ ਨੇ ਸਾਨੂੰ ਆਪਣੇ ਖੂਨ ਨਾਲ ਖਰੀਦ ਲਿਆ। ਅਸੀਂ ਪਰਮੇਸ਼ਰ ਦਾ ਮੁੱਲ ਨਹੀਂ ਤਾਰ ਸਕਦੇ, ਕਿਉਂਕਿ ਜਿਸ ਤਰ੍ਹਾਂ ਦਾ ਉਹਨੇ ਸਾਨੂੰ ਪਿਆਰ ਕੀਤਾ, ਅਸੀਂ ਇਸ ਤਰ੍ਹਾਂ ਦਾ ਪਿਆਰ ਕਿਸੇ ਨੂੰ ਕਰ ਸਕਦੇ ਵੀ ਹੈ ਨਹੀਂ, ਸੋਚ ਵੀ ਨਹੀਂ ਸਕਦੇ, ਕਿਉਂਕਿ ਉਸ ਦੀ ਪਿਆਰ ਦੀ ਕੋਈ ਹੱਦ ਨਹੀਂ ਹੈ। ਕਿਹੜਾ ਪਰਮੇਸ਼ਰ ਜਿਹੜਾ ਸਾਡੇ ਪਾਪਾ ਨੂੰ ਦੇਖ ਕੇ ਹਾਊ ਭਰੇ ਕਰਦਾ ਕਿ ਚੱਲ ਹਾਊ, ਕੋਈ ਨਹੀਂ, ਮੇਰਾ ਪੁੱਤ ਵਾ, ਹਾਊ ਮੇਰੀ ਧੀ ਆ, ਕੋਈ ਨਹੀਂ, ਪਾਪ ਹੋ ਗਿਆ, ਕੋਈ ਨਹੀਂ, ਹਾਊ। ਕੋਈ ਕਰਦਾ ਇੱਦਾਂ? ਮੈਨੂੰ ਲੱਗਦਾ ਅੱਜ ਦੇ ਸਮੇਂ ਵਿੱਚ ਇੱਦਾਂ ਕੋਈ ਕਰਦਾ ਹੋਊਗਾ ਪਿਆਰ। ਬਾਈਬਲ 'ਚ ਦੱਸਿਆ, ਇੱਕ ਮਾਂ ਕਹਿੰਦੇ ਆਪਣੇ ਬੱਚੇ ਨੂੰ ਭੁੱਲ ਸਕਦੀ ਹੈ, ਪਰ ਮੈਂ ਆਪਣੇ ਬੱਚੇ ਨੂੰ ਕਦੀ ਨਹੀਂ ਭੁੱਲਾਂਗਾ। ਇੱਕ ਮਾਂ, ਤੁਸੀਂ ਦੱਸੋ, ਇੱਕ ਮਾਂ ਆਪਣੇ ਬੱਚੇ ਨੂੰ ਭੁੱਲ ਸਕਦੀ? ਕਦੀ ਨਹੀਂ ਭੁੱਲ ਸਕਦੀ, ਕਦੀ ਨਹੀਂ ਭੁੱਲ ਸਕਦੀ। ਪਰ ਪਰਮੇਸ਼ਰ ਸਾਨੂੰ ਇਹ ਕਹਿ ਰਿਹਾ ਕਿ ਮੈਂ ਤੁਹਾਨੂੰ ਆਪਣੇ ਹਥੇਲੀਆਂ 'ਤੇ ਕਰ ਲਿਆ। ਸਾਡੇ 'ਤੇ ਪਰਮੇਸ਼ਰ ਦੀ ਨਜ਼ਰ ਹਮੇਸ਼ਾ ਆ। ਅਸੀਂ ਕਹਿੰਦੇ ਨਾ ਕਿ ਪਰਮੇਸ਼ਰ ਨੇ ਸਾਨੂੰ ਛੱਡ ਦਿੱਤਾ, ਅਸੀਂ ਕਹਿੰਦੇ ਹਾਂ ਕਿ ਪਰਮੇਸ਼ਰ ਨੇ ਤਾਂ ਸਾਡੇ ਤੋਂ ਅੱਖਾਂ ਹੀ ਫੇਰ ਲਈਆਂ, ਹੈ ਹੀ ਨਹੀਂ ਹੁਣ ਸਾਡੇ ਲਈ ਪਰਮੇਸ਼ਰ, ਹੈ ਨਾ। ਗੱਲ ਕਰਦੇ ਪਰਮੇਸ਼ਰ ਨਾਲ, ਕਈ ਵਾਰੀ ਫਟਕਾਰਦੇ ਵੀ ਕਈ ਵਾਰੀ ਪਰਮੇਸ਼ਰ ਨੂੰ ਕਹਿੰਦੇ ਤੂੰ ਨਹੀਂ ਹੁਣ ਸਾਡਾ, ਅਸੀਂ ਬਾਬਿਆਂ ਕੋਲ ਚੱਲੇ ਹਾਂ ਬਸ।
ਤਾਂ ਬਾਬੇ ਕਿਹੜਾ ਰੱਬ ਬਣ ਜਾਂਦੇ ਆ। ਕੋਈ ਪਰਮੇਸ਼ਰ ਹੈ ਇੱਦਾਂ ਦਾ ਜਿਹੜਾ ਫ੍ਰੀ 'ਚ ਤੁਹਾਨੂੰ ਚੰਗਿਆਈ ਦੇ ਰਿਹਾ, ਤੁਹਾਨੂੰ ਬਰਕਤਾਂ ਦੇ ਰਿਹਾ, ਤੁਹਾਨੂੰ ਸਾਰਾ ਕੁਝ ਦੇ ਰਿਹਾ। ਕੋਈ ਹੈ ਇੱਦਾਂ ਦਾ ਪਰਮੇਸ਼ਰ ਮੇਰੇ ਅਜ਼ੀਜ਼ੋ? ਕਿੱਥੇ ਤੁਸੀਂ ਬਾਬਿਆਂ ਦੇ ਜਾਓਗੇ, ਪਤਾ ਕੀ ਕੁਛ ਚੜਾਓਗੇ, ਉਹ ਵੀ ਤੁਹਾਡੀ ਫੇਰ ਵੀ ਪੂਰੀ ਨਹੀਂ ਪੈਣੀ, ਹੈ ਨਾ। ਸਮਝ ਰਹੇ ਮੇਰੇ ਅਜ਼ੀਜ਼ੋ ਮੈਂ ਕੀ ਕਹਿਣਾ ਚਾਹੁੰਦੀ ਹਾਂ? ਮੇਰੇ ਅਜ਼ੀਜ਼ੋ ਮੈਂ ਇਹ ਕਹਿਣਾ ਚਾਹੁੰਦੀ ਕਿ ਅੰਤ ਬਹੁਤ ਨਜ਼ਦੀਕ ਆ, ਬਹੁਤ ਨਜ਼ਦੀਕ ਆ, ਬਹੁਤ ਜ਼ਿਆਦਾ। ਕਿਉਂਕਿ ਅਸੀਂ ਨਹੀਂ ਜਾਣਦੇ ਕਿ ਪ੍ਰਭੂ ਯਿਸੂ ਮਸੀਹ ਨੇ ਕਿਸ ਟਾਈਮ ਆ ਜਾਣਾ। ਤੇ ਇੱਕ ਗੱਲ ਹੋਰ, ਪਰਮੇਸ਼ਰ ਨੇ ਵਾਅਦਾ ਕੀਤਾ ਕਿ ਉਹ ਪਾਣੀ ਨਾਲ ਨਹੀਂ ਮਾਰੇਗਾ ਹੁਣ ਦੁਨੀਆ, ਅੱਗ ਨਾਲ ਮਰਨੀ ਹੈ। ਕਿੱਦਾਂ? ਇਹ ਮੈਂ ਇਸ ਕਰਕੇ ਕਹਿ ਰਹੀ ਹਾਂ ਕਿਉਂਕਿ ਜਦੋਂ ਨੂਹ ਦੇ ਸਮੇਂ ਵਿੱਚ ਪਰਮੇਸ਼ਰ ਨੇ ਦੁਨੀਆ ਨੂੰ ਖਤਮ ਕੀਤਾ ਸੀ, ਸਿਰਫ ਨੂਹ ਤੇ ਉਹਦਾ ਪਰਿਵਾਰ ਤੇ ਜਾਨਵਰ ਜਿਹੜੇ ਕਿਸ਼ਤੀ ਦੇ ਵਿੱਚ ਸੀ ਉਹ ਬਚੇ ਸੀ, ਉਹੀ ਬਚੇ ਸੀ, ਬਾਕੀ ਸਭ ਤਬਾਹ ਹੋ ਗਏ ਸੀ, ਹੈ ਨਾ। ਤੇ ਉਦੋਂ ਪਰਮੇਸ਼ਰ ਨੇ ਨੂਹ ਨਾਲ ਵਾਚਾ ਬੰਨ੍ਹੀ ਸੀ, ਇਨਸਾਨ ਨਾਲ ਵਾਚਾ ਬੰਨ੍ਹੀ ਸੀ ਕਿ ਮੈਂ ਮੁੜ ਕੇ ਕਦੀ ਪਾਣੀ ਨਾਲ ਕਦੀ ਇਨਸਾਨ ਨੂੰ ਖਤਮ ਨਹੀਂ ਕਰਾਂਗਾ। ਇਸ ਕਰਕੇ ਹੁਣ ਜਿਹੜੀ ਦੁਨੀਆ ਨਾ ਅੱਗ ਨਾਲ ਮਰਨੀ ਹੈ। ਤਾਂ ਮੇਰੇ ਅਜ਼ੀਜ਼ੋ ਉਸ ਦਿਨ ਤੋਂ ਡਰੋ ਮੇਰੇ ਅਜ਼ੀਜ਼ੋ, ਕਿਉਂਕਿ ਜਿੰਨਾ ਅਸੀਂ ਪਰਮੇਸ਼ਰ ਤੋਂ ਡਰਾਂਗੇ ਨਾ ਉਨਾ ਹੀ ਉਹਦੇ ਭੈ 'ਚ ਰਵਾਂਗੇ। ਅੱਜ ਕਰੋਨਾ ਵਾਇਰਸ ਨੇ ਪਤਾ ਨਹੀਂ ਕਿੰਨਿਆਂ ਨੂੰ ਆਪਣੀਆਂ ਚਪੇੜ 'ਚ ਲੈ ਲਿਆ। ਉਹਨਾਂ ਲਈ ਪ੍ਰਾਰਥਨਾ ਕਰੋ, ਚਾਹੇ ਉਹ ਤੁਹਾਡੇ ਅਜ਼ੀਜ਼ ਆ, ਚਾਹੇ ਉਹ ਤੁਹਾਡੇ ਭੈਣ ਭਰਾ ਆ, ਚਾਹੇ ਕੋਈ ਵੀ ਆ, ਉਹਨਾਂ ਲਈ ਪ੍ਰਾਰਥਨਾ ਕਰੋ। ਚਾਹੇ ਤੁਹਾਡਾ ਦੁਸ਼ਮਣ ਹੀ ਕਿਉਂ ਨਾ ਹੋਵੇ, ਦੁਸ਼ਮਣ ਵੀ ਕਿਉਂ ਨਾ ਹੋਵੇ ਮੇਰੇ ਅਜ਼ੀਜ਼ੋ, ਉਹਦੇ ਲਈ ਵੀ ਅੱਜ ਮੈਂ ਸਵੇਰੇ ਨਾ ਇੱਕ ਵਚਨ ਸੁਣ ਰਹੀ ਸੀ ਪਰਮੇਸ਼ਰ ਦੇ ਦਾਸ ਦਾ। ਵਚਨ ਸੀ ਸ਼ਾਇਦ ਉਹ ਵਚਨ ਦੱਸ ਰਹੇ ਸੀ ਕਿ ਨਹੀਂ ਪਰਮੇਸ਼ਰ ਨੇ ਸਾਨੂੰ ਕਿਸ ਤਰ੍ਹਾਂ ਬਣਾਇਆ, ਆਪਣੇ ਸਰੂਪ ਤੇ ਬਣਾਇਆ, ਹੈ ਨਾ। ਚਾਹੁੰਦਾ ਤਾਂ ਜੇ ਪਰਮੇਸ਼ਰ ਚਾਹੁੰਦੇ ਤਾਂ ਸਾਨੂੰ ਕਿੱਦਾਂ ਦਾ ਵੀ ਜਾਨਵਰ ਵਾਂਗੂ ਬਣਾ ਦਿੰਦਾ, ਪਰ ਨਹੀਂ। ਪਰਮੇਸ਼ਰ ਨੇ ਸਾਨੂੰ ਆਪਣੇ ਧੀਆਂ ਪੁੱਤਰ ਹੋਣ ਦਾ ਹੱਕ ਦਿੱਤਾ, ਇਸੇ ਕਰਕੇ ਉਹਨੇ ਸਾਨੂੰ ਆਪਣੇ ਵਾਂਗੂ ਬਣਾਇਆ। ਤੇ ਮੇਰੇ ਅਜ਼ੀਜ਼ੋ ਜਦੋਂ ਅਸੀਂ ਗਾਲਾਂ ਕੱਢਦੇ ਹਾਂ ਇੱਕ ਦੂਜੇ ਨੂੰ, ਤੇ ਇਹ ਨਹੀਂ ਜਾਣਦੇ ਆਪਾਂ ਕਿ ਉਸ ਬੰਦੇ ਨੂੰ ਪਰਮੇਸ਼ਰ ਨੇ ਆਪਣੇ ਸਰੂਪ ਤੇ ਬਣਾਇਆ, ਤੇ ਅਸੀਂ ਫਿਰ ਗਾਲਾਂ ਵੀ ਕਿਹਨੂੰ ਕੱਢਦੇ ਹਾਂ? ਸਮਝ ਰਹੇ ਹੋ ਮੈਂ ਕੀ ਕਹਿਣਾ ਚਾਹ ਰਹੀ ਹਾਂ ਤੁਹਾਨੂੰ? ਅਸੀਂ ਪਰਮੇਸ਼ਰ ਨੂੰ ਗਾਲਾਂ ਕੱਢਦੇ ਹਾਂ, ਅਸੀਂ ਚੁਗਲੀਆਂ ਕਰਦੇ ਨਾ ਕਿਸੇ ਦੇ ਖਿਲਾਫ, ਕਿਸੇ ਨੂੰ ਧੋਖਾ ਦਿੰਦੇ ਹਾਂ, ਤੇ ਅਸੀਂ ਉਸ ਬੰਦੇ ਨੂੰ ਨਹੀਂ ਧੋਖਾ ਦੇ ਰਹੇ, ਅਸੀਂ ਪਰਮੇਸ਼ਰ ਨੂੰ ਧੋਖਾ ਦੇ ਰਹੇ ਮੇਰੇ ਅਜ਼ੀਜ਼। ਝੂਠ ਬੋਲ ਰਹੇ ਹਾਂ ਉਸ ਬੰਦੇ ਨੂੰ, ਪਰਮੇਸ਼ਰ ਨੂੰ ਝੂਠ ਬੋਲ ਰਹੇ ਮੇਰੇ ਅਜ਼ੀਜ਼। ਕਿਉਂਕਿ ਮੇਰੇ ਹਿਸਾਬ ਨਾਲ ਤਾਂ ਇਹੀ ਰਾਸਤਾ ਆ, ਜੇ ਆਪਾਂ ਦੂਸਰੇ ਬੰਦੇ ਨੂੰ ਇਹ ਜਾਣ ਕੇ ਸਮਝਾਂਗੇ ਕਿ ਇਹਦੇ 'ਚ ਪਰਮੇਸ਼ਰ ਦਾ ਵਾਸ ਆ, ਤੇ ਜੇ ਮੈਂ ਇਹਨੂੰ ਕਹੂੰਗਾ ਕੁਛ ਤੇ ਪਰਮੇਸ਼ਰ ਨੂੰ ਹੋਏਗਾ, ਮਤਲਬ ਕਿ ਮੈਂ ਇਹਨੂੰ ਗਾਲਾਂ ਕੱਢੂੰਗਾ ਤੇ ਪਰਮੇਸ਼ਰ ਨੂੰ ਗਾਲਾਂ ਉਹ ਮਿਲ ਕੇ ਮੰਨੀਆਂ ਜਾਣੀਆਂ ਪਰਮੇਸ਼ਰ ਨੂੰ। ਸਮਝ ਰਹੇ ਮੈਂ ਕੀ ਕਹਿਣਾ ਚਾਹੁੰਦੀ ਹਾਂ? ਕਹਿਣ ਦਾ ਮਤਲਬ ਇਹੀ ਆ ਕਿ ਆਪਣੇ ਇੱਕ ਦੂਜੇ ਨੂੰ ਆਪਣੇ ਆਪ ਵਾਂਗੂ ਜਾਣੋ, ਇੱਕ ਦੂਜੇ ਨੂੰ ਆਪਣੇ ਵਾਂਗੂ ਪਿਆਰ ਕਰੋ, ਠੀਕ ਹੈ ਜੀ। ਬਾਕੀ ਮਾਫ਼ ਕਰੋ, ਬਾਕੀ ਤੁਸੀਂ ਬਦਲਾ, ਜੇ ਤੁਹਾਨੂੰ ਕੋਈ ਕੁਛ ਵੀ ਕਰਕੇ ਚਲ ਗਿਆ, ਤੁਸੀਂ ਬਦਲਾ ਨਹੀਂ ਲੈਣਾ, ਪਰਮੇਸ਼ਰ ਕਹਿੰਦਾ ਮੈਂ ਤੇਰਾ ਅਣਖੀ ਪਰਮੇਸ਼ਰ ਹਾਂ, ਔਰ ਮੈਂ ਤੇਰਾ ਬਦਲਾ ਲੈਣ ਬੈਠਾ, ਤੈਨੂੰ ਕੁਛ ਵੀ ਕਰਨ ਦੀ ਲੋੜ ਨਹੀਂ। ਜੇ ਅਸੀਂ ਪਰਮੇਸ਼ਰ ਦੇ ਹੁੰਦੇ ਹੋਏ ਆਪਣੇ ਆਪ ਨੂੰ ਡਿਫੈਂਡ ਕਰਾਂਗੇ ਤੇ ਪਰਮੇਸ਼ਰ ਦੀ ਲੋੜ ਹੀ ਕੀ ਹੈ ਫਿਰ ਉੱਥੇ? ਸਮਝ ਰਹੇ ਹੋ ਮੈਂ ਕੀ ਕਹਿਣਾ ਚਾਹ ਰਹੀ ਹਾਂ? ਮੈਂ ਇਹੀ ਕਹਿ ਰਹੀ ਹਾਂ ਕਿ ਆਪਣੇ ਮੂੰਹ 'ਚ ਸਾਨੂੰ ਗਾਲਾਂ ਨਹੀਂ ਕੱਢਣੀਆਂ, ਕਿਸੇ ਪ੍ਰਤੀ ਕੁਛ ਵੀ ਨਹੀਂ ਕਰਨਾ। ਪ੍ਰਾਰਥਨਾ ਕਰੋ, ਠੀਕ ਹੈ, ਪ੍ਰਾਰਥਨਾ ਕਰੋ ਔਰ ਪਰਮੇਸ਼ਰ ਦਾ ਨਾਮ ਲਓ, ਵਚਨ ਪੜ੍ਹੋ। ਕੋਈ ਨਹੀਂ, ਜੇ ਤੁਹਾਨੂੰ ਕੋਈ ਕਿੰਨੀ ਵੀ ਮਾੜੀ ਕਰਕੇ ਚਲ ਗਿਆ ਹੋਵੇ, ਉਹਨੂੰ ਕਹੋ ਕਿ ਪਰਮੇਸ਼ਰ ਇਹਨੂੰ ਮਾਫ਼ ਕਰ, ਮੈਂ ਇਹਨੂੰ ਮਾਫ਼ ਕਰ ਦਿੱਤਾ, ਬਸ। ਬਾਕੀ ਤੁਹਾਡਾ ਕੰਮ ਉੱਥੇ ਖਤਮ, ਪਰਮੇਸ਼ਰ ਦਾ ਕੰਮ ਸ਼ੁਰੂ, ਠੀਕ ਹੈ ਜੀ। ਕਿਉਂਕਿ ਗੱਲ ਇੱਦਾਂ ਨਾ ਕਿ ਲਿਖ ਕੇ ਮੈਂ ਇੱਕ ਥਾਵੇਂ ਪੜ੍ਹਿਆ ਸੀ, ਉਹਦੇ ਲਿਖਿਆ ਕਿ ਜੋ ਕੁਛ ਬੰਦਾ ਬੀਜਦਾ ਉਹੀ ਵੱਢਦਾ। ਜੇ ਅਸੀਂ ਕਿਸੇ ਨੂੰ ਝੂਠ ਬੋਲਦੇ ਹਾਂ,
ਉਹੀ ਰਿਟਰਨ 'ਚ ਸਾਨੂੰ ਵੀ ਵਾਪਸ ਮਿਲੇਗਾ, ਸਾਡਾ ਵੀ ਕੋਈ ਝੂਠ ਬੋਲੇਗਾ। ਜੇ ਅਸੀਂ ਕਿਸੇ ਲਈ ਚੁਗਲੀਆਂ ਕਰਦੇ ਤਾਂ ਸਾਡੀਆਂ ਵੀ ਕੋਈ ਚੁਗਲੀਆਂ ਕਰਦਾ। ਜੇ ਅਸੀਂ ਕਿਸੇ ਨੂੰ ਧੋਖਾ ਦਿੰਦੇ ਹਾਂ ਤਾਂ ਇਨ ਰਿਟਰਨ ਸਾਨੂੰ ਵੀ ਧੋਖਾ ਮਿਲਦਾ। ਠੀਕ ਹੈ ਜੀ, ਜੋ ਹੈਗਾ ਸੱਚ ਦੱਸੋ ਇੱਕ ਦੂਜੇ ਨੂੰ, ਅਤੇ ਪਰਮੇਸ਼ਰ ਦੇ ਭੈ ਵਿੱਚ ਰਹੋ। ਠੀਕ ਹੈ ਜੀ। ਬਾਕੀ ਇਹ ਜਿਹੜਾ ਟਾਈਮ ਹੁਣ ਕਰੋਨਾ ਵਾਇਰਸ ਦੁਬਾਰਾ ਚੱਲ ਪਿਆ, ਅਤੇ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਇਸ ਨੂੰ ਜਲਦੀ ਤੋਂ ਜਲਦੀ ਇਸ ਦੁਨੀਆ ਤੋਂ ਚੱਕ ਲਵੇ, ਕਰੋਨਾ ਵਾਇਰਸ ਨੂੰ, ਔਰ ਪੂਰੀ ਦੁਨੀਆ ਨੂੰ ਇਸ ਬਿਮਾਰੀ ਤੋਂ, ਮਹਾਂਮਾਰੀ ਤੋਂ ਨਿਜਾਤ ਮਿਲੇ। ਠੀਕ ਹੈ ਜੀ। ਔਰ ਪਰਮੇਸ਼ਰ ਵੱਲ ਤੱਕਦੇ ਰਹੋ, ਕਿਉਂਕਿ ਬਾਈਬਲ ਦੱਸਦੀ ਹੈ ਕਿ ਪਰਮੇਸ਼ਰ ਵੱਲ ਤੱਕਦੇ ਰਹਿਣ ਵਾਲਿਆਂ ਨੇ ਕਦੇ ਮੂੰਹ ਕਾਲੇ ਨਹੀਂ ਹੋਏ। ਉਹ ਆਪਣੇ ਮੰਗਣ ਵਾਲਿਆਂ ਨੂੰ ਦਿੰਦਾ ਹੈ, ਆਪਣੇ ਮੰਗਣ ਵਾਲਿਆਂ ਨੂੰ ਦਿੰਦਾ ਹੈ, ਕਿਉਂਕਿ ਔਰ ਢੂੰਡਣ ਵਾਲਿਆਂ ਨੂੰ ਲੱਭ ਜਾਂਦਾ ਹੈ, ਅਤੇ ਖੜਕਾਉਣ ਵਾਲੇ ਲਈ ਖੋਲ੍ਹਿਆ ਜਾਂਦਾ ਆ। ਠੀਕ ਹੈ ਜੀ। ਬਸ ਇਹੀ ਗੱਲ ਆ ਕਿ ਦੋਸ਼ ਨਹੀਂ ਲਾਉਣਾ ਇੱਕ ਦੂਜੇ 'ਤੇ। ਠੀਕ ਹੈ ਜੀ। ਦੋਸ਼ ਨਾ ਲਾਓ ਕਿ ਤੁਹਾਡੇ 'ਤੇ ਵੀ ਦੋਸ਼ ਲਾਇਆ ਜਾਵੇਗਾ। ਬਾਕੀ ਇਹ ਜਿਹੜੀ ਇਸ ਟੌਪਿਕ ਦੇ ਰਿਗਾਰਡਿੰਗ 'ਚ ਅਸੀਂ ਨੈਕਸਟ ਟਾਈਮ ਇੱਕ ਸਟੋਰੀ ਲੈ ਕੇ ਆਵਾਂਗੇ, ਜਿਹਨਾਂ ਤੁਹਾਨੂੰ ਵਧੀਆ ਤਰ੍ਹਾਂ ਤੁਹਾਨੂੰ ਸਮਝ ਲੱਗੂਗੀ। ਠੀਕ ਹੈ ਜੀ। ਅਤੇ ਮੇਰਾ ਅੱਜ ਦਾ ਇਹੀ ਕਹਿਣਾ ਸੀ ਕਿ ਪਰਮੇਸ਼ਰ ਆਪਣੇ ਵਿਸ਼ਵਾਸ ਨੂੰ ਪੱਕਿਆ ਕਰੋ, ਆਪਣੇ ਜੋ ਵਿਸ਼ਵਾਸ ਤੁਹਾਡਾ ਡਗਮਗਾ ਰਿਹਾ, ਮੈਂ ਸਾਰਿਆਂ ਨੂੰ ਨਹੀਂ ਕਹਿ ਰਹੀ। ਠੀਕ ਹੈ ਜੀ। ਕਿਉਂਕਿ ਸੰਤ ਪੌਲੁਸ ਕਹਿੰਦੇ ਆ ਕਿ ਸਭ ਪਾਪੀ ਆ ਅਤੇ ਸਭ ਤੋਂ ਵੱਡਾ ਪਾਪੀ ਮੈਂ ਆ। ਠੀਕ ਹੈ ਜੀ। ਗੱਲ ਕਰਦੇ ਅਤੇ ਮੈਂ ਵੀ ਸਭ ਤੋਂ ਵੱਡੀ ਪਾਪਣ ਆ, ਬਹੁਤ ਵੱਡੀ ਪਾਪਣ ਆ। ਦੁਨੀਆ ਤੋਂ ਸਭ ਤੋਂ ਵੱਡੀ ਪਾਪਣ ਮੈਂ ਆ। ਠੀਕ ਹੈ ਜੀ। ਗੱਲ ਕਰਦੇ ਹਾਂ, ਅਤੇ ਅਗਰ ਮੈਂ ਕੁਛ ਗਲਤ ਬੋਲ ਗਈ ਤਾਂ ਮੈਂ ਮਾफ़ੀ ਮੰਗਦੀ ਹਾਂ, ਪਰ ਮੈਂ ਆਪਣੇ ਵੱਲੋਂ ਨਹੀਂ ਬੋਲੀ। ਮੇਰਾ ਪਰਮੇਸ਼ਰ ਮੇਰੇ ਨਾਲ ਹੈ, ਅਤੇ ਮੇਰੇ ਵਿੱਚ ਵੀ ਹੋ ਕੇ ਪਰਮੇਸ਼ਰ ਨੇ ਗੱਲ ਕੀਤੀ ਤੁਹਾਡੇ ਨਾਲ। ਠੀਕ ਹੈ ਜੀ। ਔਰ ਮੈਂ ਅੰਦਰੋਂ ਬਿਲਕੁਲ ਇਸ ਵੇਲੇ ਟੱਚ ਹੋ ਰਹੀ ਹਾਂ ਪਰਮੇਸ਼ਰ ਵੱਲੋਂ। ਪਰਮੇਸ਼ਰ ਦੇ ਨਾਮ ਨੂੰ ਮਹਿਮਾ ਮਿਲੇ। ਅਤੇ ਮੈਂ ਮਾफ़ੀ ਮੰਗਦੀ ਹਾਂ ਤੁਹਾਡੇ ਕੋਲੋਂ, ਪਰਮੇਸ਼ਰ ਕੋਲੋਂ ਵੀ, ਕਿ ਮੈਂ ਵਚਨ ਪਾਉਣਾ ਥੋੜ੍ਹਾ ਜਿਹਾ ਘੱਟ ਗਈ ਸੀ, ਕਿਉਂਕਿ ਮੈਂ ਠੀਕ ਨਹੀਂ ਸੀ। ਮੇਰੀ ਸਿਹਤ 'ਚ ਥੋੜ੍ਹਾ ਫਰਕ ਲੱਗ ਰਿਹਾ ਸੀ, ਮੈਂ ਠੀਕ ਨਹੀਂ ਸੀ ਬਿਲਕੁਲ ਵੀ। ਔਰ ਥੋੜ੍ਹਾ ਮੇਰੇ ਸਟੱਡੀਜ਼ ਦਾ ਵੀ ਥੋੜ੍ਹਾ ਬਰਡਨ ਜਿਹਾ ਮੈਨੂੰ ਤਾਂ ਕਰਕੇ ਵੀ ਸੀ। ਅਤੇ ਪਰ ਪਰਮੇਸ਼ਰ ਨੇ ਜਿਹੜਾ ਕੰਮ ਦਿੱਤਾ ਉਹ ਤਾਂ ਪੂਰਾ ਕੰਮ ਕਰਨਾ ਹੀ ਕਰਨਾ। ਕਿਉਂਕਿ ਦੇਖੋ, ਗੱਲ ਕਰਦੇ ਹਾਂ, ਹੁਣ ਮੈਂ ਆਪਣੀ ਗੱਲ ਕਰਦੀ ਹਾਂ, ਮੈਂ ਕੋਈ ਪਾਸਟਰ ਨਹੀਂ ਹੈ। ਠੀਕ ਹੈ ਜੀ। ਨਾ ਮੈਂ ਇਸ ਅਹੁਦੇ ਦੇ ਲਾਇਕ ਹੈਗੀ ਹਾਂ। ਠੀਕ ਹੈ ਜੀ। ਮੈਂ ਸਿਰਫ ਇੱਕ ਤੁਹਾਡੀ ਭੈਣ ਕਹਿ ਲਓ, ਤੁਹਾਡੀ ਬੇਟੀ ਕਹਿ ਲਓ। ਠੀਕ ਹੈ ਜੀ। ਬਸ ਉਸ ਤੋਂ ਜ਼ਿਆਦਾ ਨਹੀਂ ਮੈਂ। ਠੀਕ ਹੈ ਜੀ। ਅਤੇ ਨਾ ਹੀ ਮੈਂ ਇਸ ਲਾਇਕ ਹੈਗੀ ਹਾਂ ਕਿ ਪਰਮੇਸ਼ਰ ਦਾ ਕਿ ਕਿਤੇ ਨੂੰ ਪਰਮੇਸ਼ਰ ਦੀ ਸੇਵਕਾਈ ਕਰਾਂ, ਮੈਂ ਬਾਹਰ ਜਾ ਕੇ ਲੋਕਾਂ ਨੂੰ ਵਚਨ ਦੱਸਾਂ। ਹਾਂ, ਜਿਹੜਾ ਇਹ YouTube 'ਤੇ ਆ, ਇਹ ਮੈਂ ਜ਼ਰੂਰ ਵਚਨ ਦੱਸਦੀ ਹਾਂ, ਕਿਉਂਕਿ ਪਰਮੇਸ਼ਰ ਨੇ ਮੈਨੂੰ ਕਿਹਾ ਕਿ YouTube 'ਤੇ ਵਚਨ ਪਾਉਣਾ, ਅਤੇ ਮੈਨੂੰ ਪਰਮੇਸ਼ਰ ਹੀ ਦੱਸਦੇ ਨੇ, ਪਰਮੇਸ਼ਰ ਹੀ ਵਚਨ ਦੱਸਦੇ ਨੇ ਕਿਹੜਾ ਵਚਨ ਬਲਕਿ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨਾ, ਕਿ ਤੁਹਾਨੂੰ ਉਸ ਚੀਜ਼ ਦੀ ਪੂਰੀ ਤਰ੍ਹਾਂ ਸਮਝ ਲੱਗੇ। ਠੀਕ ਹੈ ਜੀ। ਬਾਕੀ ਗੱਲ ਇਹੀ ਹੈ ਕਿ ਪਰਮੇਸ਼ਰ ਸਾਡੇ ਨਾਲ ਆ, ਕਿਸੇ ਵੀ ਚੀਜ਼ ਤੋਂ ਡਰਨਾ ਨਹੀਂ ਹੈ। ਠੀਕ ਹੈ ਜੀ। ਕਿਉਂਕਿ ਪਰਮੇਸ਼ਰ ਸਾਨੂੰ ਸਾਡਾ ਦਿਲਾਸਾ ਦੇਣ ਵਾਲਾ ਬਾਪ ਆ। ਸਾਨੂੰ ਪਰਮੇਸ਼ਰ ਸਾਡਾ ਦਿਲਾਸਾ ਦਿੰਦਾ ਹੈ, ਕਿਉਂਕਿ ਹੱਲੇ ਜਿਹੜੇ ਦਿਨ ਵਾ ਨਾ, ਇਹ ਬੁਰੇ ਤਾਂ ਹੈਗੇ, ਪਰ ਬਹੁਤ ਜ਼ਿਆਦਾ ਬੁਰੇ ਦਿਨ ਆਉਣ ਵਾਲੇ ਆ। ਬਹੁਤ ਜ਼ਿਆਦਾ ਬੁਰੇ ਦਿਨ ਮੇਰੇ ਅਜ਼ੀਜ਼ੋ, ਕਿ ਤੁਹਾਨੂੰ ਫੜ ਕੇ ਤੁਹਾਨੂੰ ਜੇਲ੍ਹਾਂ 'ਚ ਸੁੱਟਣਗੇ, ਤੁਹਾਨੂੰ ਮਾਰ ਦੇਣਗੇ, ਤੁਹਾਡੇ ਬੱਚਿਆਂ ਨੂੰ ਮਾਰ ਦੇਣਗੇ, ਜ਼ਿੰਦਾ ਜਲਾ ਦੇਣਗੇ, ਸੂਲੀ 'ਤੇ ਟੰਗ ਦੇਣਗੇ, ਪਤਾ ਨਹੀਂ ਕੀ ਕੁਛ ਕਰਨਗੇ, ਅਸੀਂ ਨਹੀਂ ਜਾਣਦੇ। ਪਰ ਇਸ ਤੋਂ ਵੀ ਭੈੜੇ ਦਿਨ ਆ ਰਹੇ। ਠੀਕ ਹੈ ਜੀ। ਪਰ ਪਰਮੇਸ਼ਰ ਕੋਲ ਪਵਿੱਤਰ ਆਤਮਾ ਮੰਗੋ, ਕਿਉਂਕਿ ਉਸ ਵੇਲੇ ਜਦੋਂ ਤੁਹਾਨੂੰ ਫੜ ਕੇ ਲੈ ਕੇ ਜਾਣਗੇ, ਠੀਕ ਹੈ ਜੀ, ਬਾਈਬਲ 'ਚ ਇਹ ਲਿਖਿਆ ਹੈ ਪ੍ਰਭੂ ਯਿਸੂ ਮਸੀਹ ਨੇ, ਕਿ ਉਸ ਵੇਲੇ ਜਦੋਂ ਤੁਹਾਨੂੰ ਫੜ ਕੇ ਲੈ ਕੇ ਜਾਣਗੇ, ਤੁਸੀਂ ਫਿਕਰ ਨਹੀਂ ਕਰਨੀ ਕਿ ਤੁਸੀਂ ਕੀ ਬੋਲੋਗੇ। ਤੁਹਾਡੇ ਵਿੱਚ ਦੀ ਪਵਿੱਤਰ ਆਤਮਾ ਤੁਹਾਡੇ ਵਿੱਚ ਦੀ ਹੋ ਕੇ ਬੋਲੇਗਾ। ਮੇਰੇ ਅਜ਼ੀਜ਼ੋ, ਪਵਿੱਤਰ ਆਤਮਾ ਮੰਗੋ ਮੇਰੇ ਅਜ਼ੀਜ਼ੋ, ਕਿਉਂਕਿ ਪਵਿੱਤਰ ਆਤਮਾ ਇੱਕ ਪਾਸਪੋਰਟ ਆ ਸਾਡੇ ਲਈ। ਜਿਸ ਤਰ੍ਹਾਂ ਅਸੀਂ ਫੋਰਨ ਕੰਟਰੀ ਜਾਣਾ ਹੁੰਦਾ, ਪਾਸਪੋਰਟ ਤੋਂ ਬਗੈਰ ਅਸੀਂ ਜਾ ਨਹੀਂ ਸਕਦੇ, ਅਤੇ ਵੀਜ਼ਾ ਲੱਗਦਾ ਨਾ। ਗੱਲ ਕਰਦੇ ਹਾਂ, ਇਸੇ ਤਰ੍ਹਾਂ ਅਸੀਂ ਸਵਰਗ ਵਿੱਚ ਵੀ ਉੱਦਾਂ ਨਹੀਂ ਜਾ ਸਕਦੇ, ਜਿਸ ਤਰ੍ਹਾਂ ਸਾਡੇ ਕੋਲ ਪਵਿੱਤਰ ਆਤਮਾ ਦਾ ਪਾਸਪੋਰਟ ਨਹੀਂ ਹੋਏਗਾ। ਪਵਿੱਤਰ ਆਤਮਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ। ਅਤੇ ਆਪਣੇ ਆਪ ਨੂੰ ਪਵਿੱਤਰ ਕਰੋ, ਪਵਿੱਤਰ ਕਰੋ। ਜਦੋਂ ਅਸੀਂ ਪਵਿੱਤਰ ਹੁੰਦੇ, ਫਿਰ ਹੀ ਪਵਿੱਤਰ ਆਤਮਾ ਮਿਲਦਾ। ਮੇਰੇ ਅਜ਼ੀਜ਼ੋ, ਆਪਣੇ ਆਪ ਨੂੰ ਪਵਿੱਤਰ ਕਰੋ, ਔਰ ਪਰਮੇਸ਼ਰ ਦੀ ਹਜ਼ੂਰੀ ਨੂੰ ਮਹਿਸੂਸ ਕਰੋ।
ਤੁਸੀਂ ਇਕੱਲੇ ਹੋ, ਕੋਈ ਗੱਲ ਨਹੀਂ, ਤੁਹਾਡੇ ਘਰ ਵਿੱਚ ਕੋਈ ਵੀ ਨਹੀਂ ਹੈ ਤੁਹਾਨੂੰ ਸਪੋਰਟ ਕਰਨ ਵਾਲਾ, ਤੁਹਾਡੇ ਨਾਲ ਬੈਠ ਕੇ ਪ੍ਰਾਰਥਨਾ ਕਰਨ ਵਾਲਾ, ਕੋਈ ਗੱਲ ਨਹੀਂ। ਇਕੱਲੇ ਬੈਠੋ ਤੁਸੀਂ, ਚਾਹੇ ਤੁਸੀਂ ਕ੍ਰਿਸਚਨ ਆ ਚਾਹੇ ਨੋਨ ਕ੍ਰਿਸਚਨ ਆ, ਠੀਕ ਹੈ ਜੀ। ਜੇ ਅੱਜ ਤੁਹਾਡਾ ਮਨ ਦੁਖੀ ਹੈ, ਤੁਹਾਡਾ ਕਿਸੇ ਕਰੀਬੀ ਨੇ, ਤੁਹਾਡੇ ਘਰਦਿਆਂ ਨੇ ਜਾਂ ਕਿਸੇ ਨੇ ਤੁਹਾਡਾ ਦਿਲ ਦੁਖਾ ਦਿੱਤਾ ਹੈ, ਪਰਮੇਸ਼ਰ ਦੀ ਹਜ਼ੂਰੀ 'ਚ ਆਓ। ਪਰਮੇਸ਼ਰ ਦੀ ਹਜ਼ੂਰੀ 'ਚ ਜਿਹੜਾ ਤੁਹਾਡੇ ਸਾਹਮਣੇ ਬਾਹਾਂ ਫੈਲਾ ਕੇ ਖੜਾ ਹੈ ਕਿ ਆ ਮੇਰੀ ਬੇਟੀ, ਆ ਮੇਰੇ ਬੇਟੇ, ਮੇਰੇ ਕੋਲ ਆ, ਆਪਣਾ ਭਾਰ ਮੈਨੂੰ ਦੇ ਦੇ। ਕਿੰਨਾ ਭਲਾ ਪਰਮੇਸ਼ਰ ਆ ਮੇਰੇ ਅਸੀਸ, ਬਹੁਤ ਭਲਾ ਪਰਮੇਸ਼ਰ ਆ। ਉਸਦੇ ਪਿਆਰ ਦੀ ਕੋਈ ਸੀਮਾ ਨਹੀਂ ਹੈ, ਕੋਈ ਸੀਮਾ ਨਹੀਂ ਉਸਦੇ ਪਿਆਰ ਦੀ। ਮੈਂ ਜਿਹੜਾ ਵਚਨ ਕਰਦੀ ਹਾਂ, ਦੇਖੋ ਗੱਲ ਕਰਦੀ ਹਾਂ, ਇਹ ਕ੍ਰਿਸਚਨਾਂ ਲਈ ਨਹੀਂ, ਸਿਰਫ ਸਾਰਿਆਂ ਲਈ। ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਆਪਣੀ ਜਾਨ ਪੂਰੀ ਜਗਤ ਲਈ ਦਿੱਤੀ ਸੀ, ਇਸੇ ਤਰ੍ਹਾਂ ਮੈਂ ਇਹ ਜਿਹੜਾ ਵਚਨ ਹੈ ਇੱਕ ਸਿਰਫ ਕ੍ਰਿਸਚਨਸ ਲਈ ਨਹੀਂ ਹੈ, ਸਾਰਿਆਂ ਲਈ ਹੈ, ਸਾਰਿਆਂ ਲਈ, ਠੀਕ ਹੈ ਜੀ। ਕਿਉਂਕਿ ਮੈਂ ਇਹੀ ਚਾਹੁੰਦੀ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਨਾਮ ਸਵਰਗ ਦੀ ਜਿਹੜੀ ਕਿਤਾਬ ਆ, ਜੀਵਨ ਦੀ ਪੋਥੀ ਹੈ ਜਿਹੜੀ, ਉਹਦੇ 'ਚ ਨਾ ਜ਼ਿਆਦਾ ਤੋਂ ਜ਼ਿਆਦਾ ਜੁੜ ਜਾਣ ਹੋਰ, ਔਰ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਮਿਲੇ। ਕਿਉਂਕਿ ਬਾਈਬਲ ਦੱਸਦੀ ਆ ਕਿ ਜਦੋਂ ਇੱਕ ਰੂਹ ਬਜਾਈ ਜਾਂਦੀ ਹੈ ਧਰਤੀ 'ਤੇ, ਤਾਂ ਸਵਰਗ 'ਚ ਬਹੁਤ ਖੁਸ਼ੀ ਮਨਾਈ ਜਾਂਦੀ ਹੈ, ਬਹੁਤ ਖੁਸ਼ੀ ਮਨਾਈ ਜਾਂਦੀ ਹੈ, ਠੀਕ ਹੈ ਜੀ। ਅਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ, ਵੀਡੀਓ ਕਾਫੀ ਲੰਬੀ ਹੋ ਗਈ ਆ, ਮਾਫ਼ ਕਰਨਾ, ਪਰ ਕੰਮ ਦੀ ਗੱਲ ਆ, ਸੁਣ ਲਓ ਕਿ ਜਿਸ ਤਰ੍ਹਾਂ ਪਰਮੇਸ਼ਰ ਦਾ ਰਾਜ ਵੱਧ ਰਿਹਾ ਹੈ, ਪਰਮੇਸ਼ਰ ਦਾ ਵਚਨ ਵੱਧ ਰਿਹਾ ਹੈ, ਪਰਮੇਸ਼ਰ ਦਾ ਪ੍ਰਚਾਰ ਵੱਧ ਰਿਹਾ, ਇਸੇ ਤਰ੍ਹਾਂ ਸ਼ੈਤਾਨ ਦਾ ਰਾਜ ਆ ਰਿਹਾ ਹੈ। ਤੁਹਾਨੂੰ ਪਤਾ ਨਾ ਕਿ ਪ੍ਰਕਾਸ਼ ਦੀ ਪੋਥੀ 'ਚ ਲਿਖਿਆ ਕਿ 3.5 ਸਾਲ ਉਹਨੇ ਰਾਜ ਕਰਨਾ। ਸਾਨੂੰ ਨਹੀਂ ਪਤਾ ਉਹਨੇ 3.5 ਸਾਲ ਕੀ ਕਰਨਾ, ਪਰ 3.5 ਸਾਲ ਵਿੱਚ ਉਹਨੇ ਪੂਰੀ ਕੋਸ਼ਿਸ਼ ਕਰਨੀ ਹੈ ਕਿ ਸਾਰਿਆਂ ਨੂੰ ਆਪਣੇ ਵੱਲ ਕਰ ਲਵੇ। ਅਤੇ ਬਾਈਬਲ ਪਰ ਇਹ ਦੱਸਦੀ ਆ ਕਿ ਜਿਹੜਾ ਅੰਤ ਤੋੜੀ ਸਹੇਗਾ ਸੋ ਹੀ ਬਚਾਇਆ ਜਾਵੇਗਾ। ਜਿਹੜਾ ਆਪਣੇ ਪ੍ਰਾਣ ਦੇ ਦੇਗਾ ਪ੍ਰਭੂ ਯਿਸੂ ਮਸੀਹ ਕਰਕੇ, ਉਹਨੂੰ ਦੁਬਾਰਾ ਪਾਵੇਗਾ। ਅਤੇ ਜਿਹੜਾ ਪ੍ਰਭੂ ਯਿਸੂ ਮਸੀਹ ਦਾ ਇਨਕਾਰ ਕਰੇਗਾ, ਉਹ ਆਪਣੇ ਪ੍ਰਾਣ ਬਚਾ ਕੇ ਵੀ ਉਹਨੂੰ ਗਵਾ ਦੇਵੇਗਾ, ਠੀਕ ਹੈ ਜੀ। ਸਮਝ ਰਹੇ ਹੋ ਨਾ ਮੈਂ ਕੀ ਕਹਿਣਾ ਚਾਹ ਰਹੀ ਹਾਂ। ਅੱਜ ਮੈਂ ਬਹੁਤ ਸਲੋਲੀ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝੇ, ਠੀਕ ਹੈ ਮੇਰੇ ਪਿਆਰੋ। ਆਪਣਾ ਖਿਆਲ ਰੱਖੋ ਔਰ ਪਰਮੇਸ਼ਰ ਦੇ ਨਾਮ 'ਚ ਵੱਧਦੇ ਰਹੋ ਔਰ ਵਚਨ ਪੜ੍ਹੋ ਔਰ ਪਰਮੇਸ਼ਰ ਦੀ ਉਡੀਕ ਵਿੱਚ ਰਹੋ, ਠੀਕ ਹੈ ਜੀ। ਜੈ ਮਸੀਹ ਕੀ ਸਭ ਨੂੰ। ਪਰਮੇਸ਼ਰ ਤੁਹਾਨੂੰ ਬਰਕਤ ਦੇਵੇ, ਆਸ਼ੀਸ਼ ਦੇਵੇ ਔਰ ਤੁਹਾਡੇ ਘਰਾਣੇ 'ਤੇ ਆਪਣਾ ਹੱਥ ਹਮੇਸ਼ਾ ਬਣਾਈ ਰੱਖੇ।